डॉक्टर सुंदरजीत कौर बुट्टर, लैक्चरर पंजाबी, सरकारी कन्या सीनियर सैकेंडरी स्कूल कैंप बटाला, जिला गुरदासपुर विखे सेवा निभा रही हाँ। मेरे वालों तुहानू सारिआं नू प्यार ते सत्कार भरपूर सत श्री अकाल। प्यारे बच्चों, अज मैं तुहाडे नाल 10वीं जमात दी वनगी किताब विचली कांगी समुंदरों पार सांझी करन जा रही हाँ। इस तो पहला कि असी एक कांगी तुहानू दिखाइए सुनाइए, इस दे जिहड़े कांगीकार कपूर सिंह घुम्मण जी के बारे विच कोई दसना तुहानू चाहांगी। कपूर सिंह घुम्मण जी का जन्म 2 फरवरी 1927 ईस्वी नूं ज्ञानी बुड्ढा सिंह पिता ते माता श्रीमती हरनाम कौर दे घर जिला सियालकोट पाकिस्तान विखे होया। वो एक नाटककार दे नाल नाल एक वधिया निर्देशक भी सन। उन्होंने 14 नाटक रचे, जिन्हां विचों मुख तौर ते पुतली घर ते पागल लोग हैं। इस तो अलावा बच्चों उन्होंने 12 एकांगियां भी रचियां, जिन्हां दे विच कच दे गजरे खास तौर ते गिनी जाती है। पागल लोग नाटक ते उन्हां नूं सन्मानित किया गया दिल्ली साहित्य अकादमी वालों। प्यारे बच्चों, उन्हां दी कारगुजारी नूं देखदिआं होइआं सिੱਖਿਆ विभाग वालों उन्हां नूं डायरैक्टर के तौर पर नौकरी दी गई ते 16 नवंबर 1985 ईस्वी नूं वो इस दुनिया तो विदा हो गए। बच्चों, अज जिहड़ी कांगी है समुंदरों पार तुहाडे नाल सांझी करन जा रहे हैं। इस दे विच कांगीकार ने यह दस्सिया औरत दी आवाज़ दे बारे विच कि औरत कित्थों तक पहुँच सकती है अपना हक लैण लई, अपना इंसाफ लैण लई। ते आओ देखते हैं कांगी समुंदरों पार। एक व्यक्ति जिसका कि नाम हरदेव बाजवा, वो पंजाब विच पहलों रहिंदा ते शरणजीत जिहड़ी आ उसकी पत्नी आ, पर हुण वो इंग्लैंड आण के वस गया ते उसने एक मरसी नां दी लड़की नाल विआह करा लिया। सिर्फ एक शक के दायरे दे विच वो अपनी जिंदगी जिहड़ी आ बसर करनी शुरू कर दिंदा। मरसी दे नाल उसका एक 3 साल का बेटा भी आ। बाजवे का दोस्त उसनूं बड़ा समझाउण दी कोशिश करदा ढिल्लों, पर ਉਹਦੀ एक भी गल नहीं सुनदा। ते फिर उसका छोटा भरा सुखदेव बाजवा, हरदेव बाजवा छोटा भरा अपनी भरजाई ते अपने भतीजे नूं लैके उन्हां दा हक दिवाउण वास्ते इंग्लैंड आउंदा, पर अखीर दे विच हरदेव बाजवा अपनी जान गवा बैठदा। ये इस कांगी दे विच है ते ये कांगी आपां शुरू करदे हां। आओ एकांगी पढ़िए ते खेडिए समुंदरों पार। मिडल सैक्स इंग्लैंड में 2 कमरिਆਂ ਦੇ ਇੱਕ ਸੈੱਟ ਦਾ ਮੂਹਰਲਾ ਕਮਰਾ ਨਜ਼ਰ ਆਉਂਦਾ ਹੈ। ਇੱਕ ਦਰਵਾਜ਼ਾ ਸੱਜੇ ਹੱਥ ਬਾਹਰ ਵੱਲ ਨੂੰ ਖੁੱਲਦਾ ਹੈ ਤੇ 2 ਸਾਹਮਣੀ ਕੰਧ ਵੱਲ। ਸਾਹਮਣੇ ਮੈਂਟਲ ਪੀਸ ਤੇ 3 ਤਸਵੀਰਾਂ ਪਈਆਂ ਨਜ਼ਰ ਆਉਂਦੀਆਂ ਹਨ। 2 ਤਸਵੀਰਾਂ ਇੱਕੋ ਨੌਜਵਾਨ ਦੀਆਂ ਹਨ। ਇੱਕ ਵਿੱਚ ਦਾੜੀ ਤੇ ਪਗੜੀ ਹੈ, ਦੂਜੀ ਵਿੱਚ ਅੰਗਰੇਜ਼ੀ ਫੈਸ਼ਨ ਦੀ ਹਜਾਮਤ ਹੈ। ਇਹਨਾਂ ਦੋਵਾਂ ਤਸਵੀਰਾਂ ਦੇ ਵਿਚਕਾਰ ਇੱਕ ਅੰਗਰੇਜ਼ ਕੁੜੀ ਦੀ ਆਇਲ ਪੇਂਟਿੰਗ ਹੈ। ਇਸ ਦੇ ਵਾਲ ਪਫ ਨਾਲ ਸਿਰ ਤੋਂ ਕੋਈ 6 ਇੰਚ ਉੱਪਰ ਤੱਕ ਸੈੱਟ ਕੀਤੇ ਹੋਏ ਹਨ। ਚਿਹਰੇ ਤੇ ਨਕਸ਼ ਕਾਫੀ ਤਿੱਖੇ ਲੱਗਦੇ ਹਨ। ਕਮਰੇ ਵਿੱਚ 2 ਬੁੱਕ ਰੈਂਕ ਹਨ। ਇੱਕ ਮੇਜ਼ ਉੱਪਰ ਲੈਂਪ ਹੈ। ਪਾਸਿਆਂ ਤੇ 4 ਕੁਰਸੀਆਂ, ਇੱਕ ਸੈਂਟਰਲ ਟੇਬਲ, ਦੁਆਲੇ 4 ਆਰਾਮ ਕੁਰਸੀਆਂ ਪਈਆਂ ਹਨ ਤੇ ਦੀਵਾਰਾਂ ਉੱਤੇ ਕੁਝ ਤਸਵੀਰਾਂ ਹਨ। ਫੁੱਲਦਾਨ ਦੇ ਕੁਝ ਸਜਾਵਟੀ ਚੀਜ਼ਾਂ ਵੀ ਸਜੀਆਂ ਹੋਈਆਂ ਹਨ। ਪਾਸਿਆਂ ਵਾਲੀਆਂ ਦੀਵਾਰਾਂ ਦੀਆਂ ਖਿੜਕੀਆਂ ਉੱਪਰ ਪਰਦੇ ਲਟਕ ਰਹੇ ਹਨ। ਇੱਕ ਸਿੱਖ ਨੌਜਵਾਨ ਬਾਹਰਲੇ ਦਰਵਾਜ਼ੇ ਤੇ ਦਸਤਕ ਦੇ ਕੇ ਜਵਾਬ ਉਡੀਕਦਿਆਂ ਬਗੈਰ ਹੀ ਅੰਦਰ ਆ ਵੜਦਾ ਹੈ। ਉਹ ਦੇਵ ਨੂੰ ਆਵਾਜ਼ ਦਿੰਦਾ ਹੈ, ਨੌਜਵਾਨ ਬਾਜਵਾ, ਮਿਸਟਰ ਬਾਜਵਾ। ਬਾਜਵਾ ਅੰਦਰੋਂ, ਕੌਣ ਢਿੱਲੋਂ? ਹਾਂ ਜਲਦੀ ਆ, ਤੈਨੂੰ ਇੱਕ ਅਜੀਬ ਖਬਰ ਦੱਸਾਂ। ਢਿੱਲੋਂ ਤਸਵੀਰਾਂ ਕੋਲ ਜਾ ਖਲੋਂਦਾ ਹੈ ਤੇ ਗੌਰ ਨਾਲ ਉਹਨਾਂ ਨੂੰ ਵੇਖਦਾ ਹੈ। ਬਾਜਵਾ ਨਕਟਾਈ ਬੰਨ੍ਹਦਾ ਹੁੰਦਾ ਹੈ। ਦੱਸ ਕੀ ਗੱਲ ਹੈ? ਸੁਣ ਕੇ ਤੈਨੂੰ ਸ਼ਾਇਦ ਇਤਬਾਰ ਨਾ ਆਵੇ, ਪਰ ਹਕੀਕਤ ਕਈ ਵਾਰਾਂ ਇਤਬਾਰ ਦੇ ਬੈਰੀਅਰ ਤੋੜ ਦਿਆ ਕਰਦੀ ਹੈ। ਮਰਸੀ ਬਾਰੇ ਕੋਈ ਐਸੀ ਵੈਸੀ ਗੱਲ ਹੈ? ਮਰਸੀ ਬਾਰੇ ਨਹੀਂ, ਸ਼ਰਨਜੀਤ ਬਾਰੇ। ਹੱਸਦਾ ਹੋਇਆ, ਸ਼ਰਨਜੀਤ?
ਮੈਂ ਉਹਨੂੰ 7 ਸਮੁੰਦਰੋਂ ਪਾਰ ਧਰਮ ਕਰਮ ਦੀ ਚੱਕੀ ਵਿੱਚ ਇਸਤਰੀ ਦਾ ਦਲੀਆ ਕਰਨ ਵਾਲੇ ਸਮਾਜ ਦੀ ਸ਼ਰਨ ਵਿੱਚ ਛੱਡ ਕੇ ਸੁਰਖਰੂ ਹੋ ਗਿਆ ਹਾਂ। ਇੰਗਲੈਂਡ ਦੀਆਂ ਆਜ਼ਾਦ ਫਿਜ਼ਾਵਾਂ ਨੇ ਮੈਨੂੰ ਮਰਸੀ ਬਖਸ਼ੀ ਹੋਈ ਏ। ਹੁਣ ਸ਼ਰਨਜੀਤ ਦਾ ਪਰਛਾਵਾਂ ਮੇਰੇ ਤੇ ਸੁਪਨੇ ਵਿੱਚ ਵੀ ਨਹੀਂ ਪੈ ਸਕੇਗਾ। ਜਦੋਂ ਅਸਲੀਅਤ ਦੀ ਤਾਬ ਨਾ ਝੱਲੀ ਜਾ ਸਕੇ, ਅਸੀਂ ਅੱਖਾਂ ਮੀਚ ਕੇ ਉਸ ਨੂੰ ਸੁਪਨੇ ਜਾਂ ਪਰਛਾਵੇਂ ਵਿੱਚ ਬਦਲਦਾ ਤਰਲਾ ਕਰਦੇ ਹਾਂ, ਪਰ ਅਸਲੀਅਤ ਤਾਂ ਅਸਲੀਅਤ ਹੀ ਰਹਿੰਦੀ ਹੈ ਮੇਰੇ ਦੋਸਤ। ਤੇਰਾ ਮਤਲਬ ਹੈ ਸ਼ਰਨਜੀਤ ਮੇਰੇ ਪਿੱਛੇ ਇੰਗਲੈਂਡ ਵਿੱਚ ਵੀ ਪਹੁੰਚ ਸਕਦੀ ਏ? ਪਹੁੰਚ ਸਕਦੀ ਨਹੀਂ, ਪਹੁੰਚ ਚੁੱਕੀ ਏ। ਜੇ ਤੂੰ ਚੰਨ 'ਤੇ ਵੀ ਪਹੁੰਚ ਗਿਆ ਹੁੰਦਾ ਤਾਂ ਵੀ ਸ਼ਾਇਦ ਉਹ ਚਾਹ ਫੜਦੀ। ਮੂਰਖ ਏ, ਜੋ ਪੰਜਾਬ ਵਿੱਚ ਕੋਲ ਰਹਿੰਦਿਆਂ ਉਹ ਮੇਰੇ ਹਿਰਦੇ ਤੱਕ ਨਾ ਪਹੁੰਚ ਸਕੀ, ਹੋਰ ਕਿਤੇ ਜਾ ਕੇ ਕੀ ਕਰ ਲਵੇਗੀ? ਜਦ ਤੱਕ ਸਵਾਸ ਤਦ ਤੱਕ ਆਸ। ਸ਼ਾਇਦ ਤੂੰ ਆਖਿਆ ਉਹ ਇੱਥੇ ਪਹੁੰਚ ਗਈ ਏ, ਸ਼ਾਇਦ ਨਹੀਂ, ਵਾਕਿਆ ਪਹੁੰਚ ਚੁੱਕੀ ਏ। ਤੂੰ ਉਹਦੇ ਸਵਾਗਤ ਦੀ ਤਿਆਰੀ ਕਰ। ਬਾਜਵਾ ਜਰਾ ਸੋਚ ਕੇ ਢਿੱਲੋਂ ਵੱਲ ਵੇਖਦਾ ਤੇ ਮੁਸਕਰਾਉਂਦਾ ਹੈ। ਬਾਜਵਾ ਵੀ ਮੁਸਕਰਾ ਪੈਂਦਾ, ਫਿਰ ਠਹਾਕਾ ਮਾਰ ਕੇ ਹੱਸ ਪੈਂਦਾ ਹੈ। ਤੇ ਤੂੰ ਮੇਰਾ ਤਰਾਹ ਹੀ ਕੱਢ ਦਿੱਤਾ ਸੀ ਯਾਰ। ਹਾਂ ਦੱਸ, ਕਿਹੜੀ ਅਜੀਬ ਖਬਰ ਦੱਸਣ ਆਇਆ? ਦੱਸ ਤਾਂ ਦਿੱਤੀ ਏ। ਮਰਸੀ ਮੈਨੂੰ ਉਡੀਕ ਰਹੀ ਹੋਵੇਗੀ। ਮਜ਼ਾਕ ਛੱਡ ਤੇ ਚੱਲ ਦੱਸ। ਮਜ਼ਾਕ? ਕੌਣ ਪੜੂਆ ਮਜ਼ਾਕ ਕਰ ਰਿਹਾ? ਉਹ ਕੰਬਖਤ ਸੱਚਮੁੱਚ ਨਹੀਂ ਟਲੀ। ਅਨਪੜ੍ਹ ਤੇ ਗਵਾਰ ਔਰਤਾਂ ਵੀ ਆਪਣੇ ਪਤੀ ਕੋਲ ਇੱਥੇ ਆ ਜਾਂਦੀਆਂ ਨੇ। ਫਿਰ ਸ਼ਰਨਜੀਤ ਤਾਂ ਚੰਗੀ ਪੜ੍ਹੀ ਲਿਖੀ ਕੁੜੀ ਏ। ਡੈਮ ਹਰ, ਮੈਂ ਉਹਨੂੰ ਆਪਣੀ ਪਤਨੀ ਨਹੀਂ ਸਮਝਦਾ। ਸਮਝਣ ਨਾ ਸਮਝਣ ਨਾਲ ਕੀ ਫਰਕ ਪੈਂਦਾ ਹੈ? ਤੂੰ ਤਲਾਕ ਦਿੱਤਾ ਉਸਨੂੰ? ਜਦ ਮੈਂ ਉਹਦਾ ਰਾਹ ਹੀ ਛੱਡ ਦਿੱਤਾ, ਦੇਸ਼ ਛੱਡ ਦਿੱਤਾ, ਤਲਾਕ ਪਿੱਛੇ ਰਹਿ ਗਿਆ। ਕਾਨੂੰਨੀ ਤੌਰ 'ਤੇ ਉਹ ਤੇਰੀ ਪਤਨੀ ਏ। ਪਹਿਲੀ ਪਤਨੀ ਦੇ ਹੁੰਦਿਆਂ ਤੂੰ ਮਰਸੀ ਨਾਲ ਵੀ ਮੈਰਿਜ ਕਰ ਲਈ। ਇਹ ਮੈਰਿਜ ਭਾਰਤ ਵਿੱਚ ਵੀ ਨਜਾਇਜ਼ ਏ ਤੇ ਇੰਗਲੈਂਡ ਵਿੱਚ ਵੀ। ਇਸ ਮੈਰਿਜ ਤੋਂ ਪਹਿਲਾਂ ਮੈਂ ਤੈਨੂੰ ਰੋਕਿਆ ਵਰਜਿਆ ਸੀ, ਤੂੰ ਟਲਿਆ ਨਾ ਤੇ ਕਈ ਮਹੀਨੇ ਇਸ ਗੱਲੋਂ ਮੇਰੇ ਨਾਲ ਮੂੰਹ ਸਜਾਈ ਰੱਖਿਆ। ਜੇ ਤੂੰ ਮੇਰੀ ਗੱਲ ਮੰਨ ਜਾਂਦਾ ਤਾਂ ਅੱਜ ਤੇਰੇ ਗਲ ਵਿੱਚ ਗਲਾਵਾਂ ਨਾ ਪੈਂਦਾ। ਸ਼ਰਨਜੀਤ ਨੂੰ ਤੂੰ ਆਪ ਵੇਖਿਆ ਕਿਤੇ? ਸ਼ਾਇਦ ਉਹ ਸਾਡੇ ਖਲੋਤਿਆਂ ਹੀ ਇੱਥੇ ਆ ਜਾਵੇ। ਬਾਜਵਾ ਘਬਰਾਉਂਦਾ ਆਇਆ। ਉਹ ਬਦਤਮੀਜ਼ ਦੀ ਇੰਨੀ ਹਿੰਮਤ, ਇੰਨੀ ਜੁਰਤ! ਮੈਥੋਂ ਚੋਰੀ ਉਹਨੇ ਪਾਸਪੋਰਟ ਬਣਵਾ ਲਿਆ, ਮੈਨੂੰ ਦੱਸਿਆ ਬਗੈਰ। ਉਹ ਇੰਗਲੈਂਡ ਵਿੱਚ ਆ ਗਈ, ਮਿਡਲਸੈਕਸ ਪਹੁੰਚ ਗਈ। ਪੰਜਾਬ ਵਿੱਚ ਮੈਨੂੰ ਉਹਨੇ ਸੁੱਖ ਦਾ ਸਾਹ ਨਾ ਲੈਣ ਦਿੱਤਾ ਤੇ ਹੁਣ ਇੱਥੇ ਮੇਰੇ ਜੀਵਨ ਨੂੰ ਝਰੀਟਣ ਝੁਲਸਣ ਆ ਗਈ। ਮੈਂ ਮਾਂ ਦਾ ਪੁੱਤ ਨਹੀਂ ਜੇ ਉਹਨੂੰ। ਜੱਟਪੁਣਾ ਇੱਥੇ ਨਹੀਂ ਚੱਲੇਗਾ ਦੋਸਤ। ਸ਼ਰਨਜੀਤ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤਾਂ ਤੇਰੀ ਧੌਣ ਵੇਲਣੇ ਵਿੱਚ ਹੋਵੇਗੀ, ਤੇਰੇ ਨਾਲ ਮਰਸੀ ਵੀ ਪੀੜੀ ਜਾਵੇਗੀ। ਸ਼ਰਨਜੀਤ ਮੇਰੀ ਪਤਨੀ ਬਣ ਕੇ ਤਾਂ ਨਾ ਰਹਿ ਸਕੇਗੀ। ਮਰਸੀ ਨਾਲ ਤੇਰੀ ਮੈਰਿਜ ਨਜਾਇਜ਼ ਕਰਾਰ ਦਿੱਤੀ ਜਾਵੇਗੀ। ਪਤਨੀ ਤੇਰੀ ਸ਼ਰਨਜੀਤ ਹੀ ਰਹੇਗੀ, ਭਾਵੇਂ ਤੂੰ ਵਲਾਇਤ ਵਿੱਚ ਹੋਵੇਂ ਜਾਂ ਪੰਜਾਬ ਵਿੱਚ, ਜੇਲ੍ਹ ਵਿੱਚ ਹੋਵੇ ਜਾਂ ਬਾਹਰ। ਡੈਮ ਇਟ! ਹੁਣ ਤੈਨੂੰ ਚਾਹੀਦਾ ਮਰਸੀ ਅੱਗੇ ਆਪਣਾ ਕਸੂਰ ਮੰਨ ਲਵੇ, ਉਸ ਤੋਂ ਤਲਾਕ ਲੈ ਲਵੇ ਤੇ ਸ਼ਰਨਜੀਤ ਨੂੰ ਉਹਦਾ ਹੱਕ ਦੇਵੇ। ਗੁੱਸੇ ਵਿੱਚ, ਸ਼ਰਨਜੀਤ ਨੂੰ ਉਹਦਾ ਹੱਕ ਜ਼ਰੂਰ ਮਿਲੇਗਾ ਤੇ ਮੇਰਾ ਹੱਕ, ਮੇਰਾ ਮਰਸੀ ਦਾ, ਸਾਡਾ ਕੋਈ ਹੱਕ ਨਹੀਂ। ਕਿਸੇ ਦਾ ਹੱਕ ਖੋ ਕੇ ਜਮਾਇਆ ਹੋਇਆ ਹੱਕ ਨਾ ਹੀ ਕਾਨੂੰਨ ਪ੍ਰਵਾਨ ਕਰਦਾ ਤੇ ਨਾ ਹੀ ਸਦਾਚਾਰ। ਮੇਰੀ ਮਰਜ਼ੀ ਦੇ ਖਿਲਾਫ ਠੋਸਿਆ ਕੋਈ ਹੱਕ ਮੈਨੂੰ ਪ੍ਰਵਾਨ ਨਹੀਂ ਤੇ ਹੱਕ ਕਿਸੇ ਦੀ ਮਰਜ਼ੀ ਨੂੰ ਪ੍ਰਵਾਨ ਨਹੀਂ ਕਰਦਾ। ਗੁੱਸੇ ਵਿੱਚ, ਮੈਂ ਨਹੀਂ ਚਾਹੁੰਦਾ ਸ਼ਰਨਜੀਤ ਨੂੰ, ਉਹਦੀ ਸ਼ਕਲ ਨਹੀਂ ਦੇਖ ਸਕਦਾ ਮੈਂ। ਉਹ ਧੱਕੇ ਨਾਲ ਕਿਵੇਂ ਮੇਰੇ ਕੋਲ ਰਹਿ ਸਕਦੀ ਹੈ? ਤੂੰ ਉਹਦੇ ਨਾਲ ਸ਼ਾਦੀ ਕਿਉਂ ਕਰਵਾਈ? ਮਜਬੂਰੀ ਸੀ। ਹੁਣ ਉਹਨੂੰ ਨਾਲ ਰੱਖਣਾ ਵੀ ਮਜਬੂਰੀ ਸਹੀ। ਇੰਜ ਨਹੀਂ ਹੋਵੇਗਾ। ਹੋ ਚੁੱਕਾ ਅਣਹੋਇਆ ਨਹੀਂ ਹੋ ਸਕਦਾ। ਠੀਕ, ਪਰ ਟੁੱਟਿਆ ਵੀ ਜੁੜ ਨਹੀਂ ਸਕਦਾ। ਢਿੱਲੋਂ, ਜਲਦਬਾਜ਼ੀ ਤੋਂ ਕੰਮ ਨਾ ਲੈ, 2-4 ਦਿਨ ਹੋਰ ਸੋਚ ਲੈ। ਚੰਗੀ ਤਰ੍ਹਾਂ ਸੋਚ ਲਿਆ। ਮੈਨੂੰ ਕੈਦ ਹੋਣਾ ਮਨਜ਼ੂਰ ਏ, ਕਤਲ ਕਰਨਾ ਮਨਜ਼ੂਰ ਏ, ਪਰ ਸ਼ਰਨਜੀਤ ਦੀ ਸ਼ਕਲ ਵੇਖਣੀ ਮਨਜ਼ੂਰ ਨਹੀਂ। ਤੇ ਤੇਰਾ ਭਰਾ ਸੁੱਖ? ਸੁੱਖ ਕੀ, ਉਹਦੀ ਵੀ ਸ਼ਕਲ ਵੇਖੇਂਗਾ ਜਾਂ ਨਹੀਂ? ਸੁੱਖ ਨਾਲ ਆਈ ਹੈ ਸ਼ਰਨਜੀਤ? ਹਾਂ, ਤੇਰਾ ਬੱਚਾ ਨੀਟੂ ਵੀ ਨਾਲ ਆਉਣਾ ਸੀ। ਤੂੰ ਮੈਨੂੰ ਹੁਣ ਤੱਕ ਦੱਸਿਆ ਕਿਉਂ ਨਹੀਂ? ਮੈਂ ਸੋਚਿਆ ਪਤਨੀ ਦੇ ਨਾਂ ਤੋਂ ਹੀ ਭੁੜਕ ਪਿਆ ਬਾਜਵਾ। ਸ਼ਾਇਦ ਇਹ ਸੁਣ ਕੇ ਉਹ ਕੱਪੜਿਆਂ ਤੋਂ ਬਾਹਰ ਹੋ ਜਾਵੇਗਾ ਕਿ ਉਹਦੀ ਪਤਨੀ ਛੋਟੇ ਦਿਓਰ ਨੂੰ ਨਾਲ ਲੈ ਕੇ ਆਈ। ਸੁੱਖ ਕਿਉਂ ਆਇਆ ਉਸ ਚੰਦਰੀ ਨਾਲ? ਇਹ ਤਾਂ ਉਸੇ ਤੋਂ ਪੁੱਛ ਲੈ। ਇਹਨਾਂ ਲੋਕਾਂ ਮੈਨੂੰ ਜਿਉਣ ਨਹੀਂ ਦੇਣਾ। ਤੇਰੇ ਬਗੈਰ ਉਹ ਨਹੀਂ ਜੀਉ ਸਕਦੇ। ਉਹਨਾਂ ਦੇ ਨਾਲ ਤੂੰ ਜਾ ਨਹੀਂ ਸਕਦਾ। ਮਸਲਾ ਨਿਹਾਇਤ ਗੁੰਝਲਦਾਰ ਏ। ਇਹ ਗੱਲ ਤੂੰ ਠੀਕ ਆਖੀ ਏ ਦੋਸਤ। ਫਿਰ ਸੁੱਖ ਵੀ ਤੈਨੂੰ ਮਿਲੇ ਜਾਂ ਨਾ? ਤੇ ਨੀਟੂ? ਜਵਾਬ ਨਹੀਂ ਦਿੱਤਾ। ਅਜੇ ਮੈਨੂੰ ਕੋਈ ਨਾ ਮਿਲੇ। ਜੇ ਮੈਂ ਮਨ ਬਣਾ ਲਿਆ ਤਾਂ ਤੈਨੂੰ ਦੱਸ ਦਿਆਂਗਾ।
ਤੈਨੂੰ ਹੁਣੇ ਫੈਸਲਾ ਕਰਨਾ ਪਵੇਗਾ 5 ਮਿੰਟਾਂ ਵਿੱਚ। ਢਿੱਲੋਂ ਚਲਾ ਜਾਂਦਾ ਹੈ ਤੇ ਬਾਜਵਾ ਰਾਏ ਨੂੰ ਕਹਿੰਦਾ, ਇਡੀਅਟ, ਇਹ ਕੀ ਕਰਨ ਲੱਗਾ ਸਾਂ? ਬਾਜਵਾ ਪਿਸਤੌਲ ਫੜਨ ਲੱਗਦਾ। ਰਾਏ ਉਸ ਤੋਂ ਪਹਿਲਾਂ ਉੱਠ ਕੇ ਮੇਜ਼ ਦੀ ਦਰਾਜ਼ ਵਿੱਚੋਂ ਪਿਸਤੌਲ ਰੱਖ ਦਿੰਦਾ ਤੇ ਅੱਗੇ ਆਪ ਖਲੋ ਜਾਂਦਾ। ਮੈਂ ਇੱਕ ਅਜੀਬ ਘੁੰਮਣ ਘੇਰੀ ਵਿੱਚ ਫਸ ਗਿਆ। ਮੌਤ ਬਿਨਾਂ ਕੋਈ ਚਾਰਾ ਨਹੀਂ ਰਹਿ ਗਿਆ। ਕੀ ਹੋਇਆ? ਸ਼ਾਮ ਨੂੰ ਦੱਸਾਂਗਾ, ਜੇ ਜ਼ਿੰਦਗੀ ਨੇ ਸਾਥ ਦਿੱਤਾ। ਫਿਲਹਾਲ ਇੰਨੀ ਮਿਹਰਬਾਨੀ ਕਰੀ ਕਿ ਕੋਈ ਵੀ ਮੈਨੂੰ ਮਿਲਣ ਆਵੇ ਤਾਂ ਉਹਨੂੰ ਦੱਸੀ ਨਾ ਕਿ ਮੈਂ ਕਿੱਥੇ ਹਾਂ। ਰਾਏ, ਅੱਛਾ, ਸੱਚ ਆਖ ਦੇਈ ਮੈਂ ਨਹੀਂ ਰਹਿੰਦਾ, ਪਤਾ ਨਹੀਂ ਕਿੱਥੇ ਰਹਿਣਾ ਵਾ। ਭਾਰਤ ਤੋਂ ਆਇਆ ਕੋਈ? ਹਾਂ। ਫੇਰ ਤਾਂ ਇਸ ਹੱਦ ਤੱਕ ਬਦਸਲੂਕੀ ਵਾਜਬ ਨਹੀਂ। ਵਾਜਬ ਨਾ ਵਾਜਬ ਦੇ ਚੱਕਰ ਵਿੱਚ ਨਾ ਪਾਓ। ਮੇਰੀ ਜ਼ਿੰਦਗੀ ਮੌਤ ਦਾ ਸਵਾਲ ਹੈ। ਅੱਛਾ, ਐਸੀ ਕੋਈ ਗੱਲ ਹੈ? ਹਾਂ ਸੱਚ, ਮਰਸੀ ਨੂੰ ਟਾਈਮ ਦੇ ਕੇ ਮੈਂ ਪਹੁੰਚ ਨਹੀਂ ਸਕਿਆ। ਸ਼ਾਇਦ ਉਹ ਇੱਥੇ ਆ ਜਾਵੇ। ਉਸ ਨੂੰ ਆਖਣਾ ਮੈਂ ਮੈਟਰੋ ਹੋਟਲ ਵਿੱਚ ਉਡੀਕ ਕਰਾਂਗਾ। ਓਕੇ। ਬਾਜਵਾ ਫਿਰ ਮੇਜ਼ ਵੱਲ ਵੱਧਦਾ ਹੈ ਤਾਂ ਰਾਏ ਝੱਟ ਦਰਾਜ਼ ਅੱਗੇ ਖਲੋ ਜਾਂਦਾ ਹੈ। ਰਾਏ ਬੁੱਕ ਰੈਕ ਵਿੱਚੋਂ ਕਿਤਾਬਾਂ ਫਰੋਲਦਾ ਹੈ ਤੇ ਇੱਕ ਕਿਤਾਬ ਲੈ ਕੇ ਬਾਹਰ ਵੱਲ ਵੱਧਦਾ ਹੈ ਤੇ ਦਰਵਾਜ਼ੇ 'ਤੇ ਦਸਤਕ ਹੁੰਦੀ ਹੈ। ਯੈਸ, ਕਮ ਇਨ। ਸੁੱਖ ਅੰਦਰ ਆ ਕੇ, ਮਾਫ਼ ਕਰਨਾ ਭਾਈ ਸਾਹਿਬ, ਤੁਸੀਂ ਪੰਜਾਬੀ ਹੋ? ਹਾਂ, ਮੇਰਾ ਨਾਂ ਹਕੂਮਤ ਰਾਏ। ਹਰਦੇਵ ਸਿੰਘ ਬਾਜਵਾ ਇੱਥੇ ਰਹਿੰਦੇ ਨੇ? ਤੁਸੀਂ ਉਹਨਾਂ ਦੇ ਕੌਣ ਹੋ? ਮੈਂ ਉਹਨਾਂ ਦਾ ਛੋਟਾ ਭਰਾ ਸੁਖਦੇਵ ਬਾਜਵਾ, ਪੰਜਾਬ ਤੋਂ ਆਇਆ। ਉਹ ਬਹੁਤ ਖੁਸ਼ੀ ਹੋਈ ਮਿਲ ਕੇ। ਮੇਰੇ ਨਾਲ ਹੋਰ ਵੀ ਸਾਥ ਹੈ। ਅੱਛਾ, ਬਾਹਰ ਕਿਉਂ ਖੜੇ ਹੋ ਭੈਣ ਜੀ? ਅੰਦਰ ਆ ਜਾਓ, ਤੁਹਾਡਾ ਆਪਣਾ ਹੀ ਘਰ ਹੈ। ਸ਼ਰਨਜੀਤ ਆਪਣੇ ਬੱਚੇ ਨੀਟੂ ਦੇ ਨਾਲ ਅੰਦਰ ਆਉਂਦੀ ਹੈ। ਸੁੱਖ, ਸਾਨੂੰ ਭਰਾ ਜੀ ਦੇ ਘਰ ਦਾ ਪਤਾ ਦੱਸੋ। ਸਾਹਮਣੇ ਮੈਟਲ ਪੀਸ 'ਤੇ ਪਈ ਤਸਵੀਰ ਵੱਲ ਇਸ਼ਾਰਾ ਕਰਕੇ, ਇਹ ਹੀ ਨੇ ਤੁਹਾਡੇ ਭਰਾ? ਉਹਨਾਂ ਦਾ ਘਰ ਇਹ ਹੀ ਹੈ। ਤੁਸੀਂ ਬੈਠੋ ਭੈਣ ਜੀ। ਨੀਟੂ ਨੂੰ ਗੱਲ ਸੁਣੋ। ਬਿੱਟੂ ਜੀ ਨੀਟੂ ਕੋਲ ਆਉਂਦਾ ਹੈ। ਕੀ ਨਾਂ ਹੈ ਤੁਹਾਡਾ? ਨੀਟੂ ਬਾਜਵਾ। ਓ ਵੈਰੀ ਗੁੱਡ, ਬਹੁਤ ਅੱਛੇ। ਮੈਂ ਹੁਣ ਤੁਹਾਡੇ ਵਾਸਤੇ ਟੌਫੀਆਂ ਲਿਆਉਣਾ। ਜਾਵਾਂ? ਮੈਂ ਵੀ ਜਾਵਾਂਗਾ ਅੰਕਲ। ਬਹੁਤ ਅੱਛੇ, ਆ ਜਾਓ ਆ ਜਾਓ। ਸ਼ਰਨਜੀਤ ਨੂੰ, ਜੇ ਤੁਸੀਂ ਮਾਈਂਡ ਨਾ ਕਰੋ ਤਾਂ ਮੈਂ ਲੈ ਜਾਵਾਂ ਨੀਟੂ ਨੂੰ। ਨਾਲ ਦਾ ਸੈੱਟ ਮੇਰਾ ਹੈ। ਤੁਹਾਡੇ ਵਾਸਤੇ ਵੀ ਕੁਝ ਖਾਣ ਪੀਣ ਦਾ ਪ੍ਰਬੰਧ ਕਰਨਾ ਹੋਵੇਗਾ। ਅਸੀਂ ਚਾਹ ਹੁਣੇ ਪੀਤੀ ਹੈ ਢਿੱਲੋਂ ਵੀਰ ਕੋਲੋਂ। ਫਿਰ ਡਿਨਰ ਮੇਰੇ ਵੱਲ ਹੋਵੇਗਾ। ਮੈਂ ਹੁਣੇ ਆਇਆ। ਨੀਟੂ ਨੂੰ ਉਂਗਲ ਲਾ ਕੇ ਬਾਹਰ ਚਲਾ ਜਾਂਦਾ ਹੈ। ਪਰ ਭਰਾ ਜੀ ਆ ਜਾਣਗੇ? ਆ ਜਾਣਗੇ, ਘਰੋਂ ਜਾਣ ਲੱਗਿਆਂ ਉਹਨਾਂ ਕਿਹਾ ਸੀ। ਅਸੀਂ ਕਿਸੇ ਅਜਨਬੀ ਨੂੰ ਮੇਰਾ ਪਤਾ ਨਾ ਦੱਸਣਾ। ਪਰ ਤੁਸੀਂ ਤਾਂ ਉਹਨਾਂ ਦੇ ਘਰ ਆਪਣੇ ਹੋ। ਤੁਹਾਡਾ ਆਪਣਾ ਘਰ ਹੈ। ਤੁਸੀਂ ਆਰਾਮ ਨਾਲ ਬੈਠੋ, ਮੈਂ ਹਰਦੇਵ ਨੂੰ ਇਨਫੋਰਮ ਕਰ ਦਿੰਦਾ। ਸੁੱਖ ਮਰਸੀ ਦੀ ਤਸਵੀਰ ਫੜ ਕੇ, ਤਾਂ ਇਹੀ ਇਹ ਡੈਣ ਜਿਹਨੇ ਭਰਾ ਦੀ ਮੱਤ ਮਾਰ ਦਿੱਤੀ ਹੈ। ਤਸਵੀਰ ਵੱਲ ਗੌਰ ਨਾਲ ਸ਼ਰਨਜੀਤ ਵੇਖਦੀ ਹੈ। ਇਹ ਤਾਂ ਵਿਚਾਰੀ ਬੜੀ ਮਾਸੂਮ ਤੇ ਸਾਊ ਜਾਪਦੀ ਹੈ। ਔਰਤ ਹਮੇਸ਼ਾ ਔਰਤ ਦਾ ਪੱਖ ਕਰੇਗੀ। ਔਰਤ ਵਫਾ ਏ, ਮੁਹੱਬਤ ਏ, ਕੁਰਬਾਨੀ ਏ। ਸੁੱਖ ਪੂਰਬ ਵਿੱਚ ਇੰਜ ਹੋਵੇਗਾ, ਇੱਥੇ ਨਹੀਂ। ਸ਼ਰਨ ਔਰਤ ਔਰਤ ਏ, ਭਾਵੇਂ ਉਹ ਪੂਰਬ ਵਿੱਚ ਹੋਵੇ ਭਾਵੇਂ ਪੱਛਮ ਵਿੱਚ। ਜੇ ਮਰਸੀ ਸੱਚਮੁੱਚ ਮਾਸੂਮ ਤੇ ਸਾਊ ਨਿਕਲ ਪਵੇ ਤਾਂ ਉਸ ਨੂੰ ਕੋਈ ਸਜ਼ਾ ਨਹੀਂ ਮਿਲਣੀ ਚਾਹੀਦੀ। ਸ਼ਰਨ ਨਹੀਂ ਮਿਲਣੀ ਚਾਹੀਦੀ। ਇੰਨੀਆਂ ਮੰਜ਼ਲਾਂ ਮਾਰ ਕੇ ਇੱਥੇ ਇਸੇ ਵਾਸਤੇ ਤੁਸੀਂ ਇੰਗਲੈਂਡ ਆਏ ਹੋ ਕਿ ਭਰਾ ਨੂੰ ਮਰਸੀ ਦੀ ਝੋਲੀ ਵਿੱਚ ਰਹਿਣ ਦਿੱਤਾ ਜਾਵੇ? ਇੰਨੇ ਜਫਰ ਜਾਲਨ ਦੀ ਕੀ ਲੋੜ ਸੀ? ਤੁਸੀਂ ਪੰਜਾਬ ਵਿੱਚ ਹੀ ਕਿਉਂ ਨਾ ਬੈਠੇ ਰਹੇ? ਉੱਥੇ ਤਾਂ ਤੁਹਾਡੇ ਹੰਝੂ ਠੱਲੇ ਨਹੀਂ ਸਨ ਜਾਂਦੇ। ਉੱਥੇ ਮੈਨੂੰ ਛੁੱਟੜ ਹੋਣ ਦਾ ਮਿਹਣਾ ਸੀ। ਲੋਕੀ ਮੇਰੇ ਵੱਲ ਇਸ ਤਰ੍ਹਾਂ ਉਂਗਲਾਂ ਕਰਦੇ ਸਨ ਜਿਵੇਂ ਮੈਂ ਕੋਈ ਘੋਰ ਅਪਰਾਧ ਕੀਤਾ। ਮੈਂ ਉਹਨਾਂ ਨੂੰ ਕਿਵੇਂ ਦੱਸਦੀ ਮੈਂ ਨਿਰਦੋਸ਼ ਹਾਂ? ਸਮੁੰਦਰੋਂ ਪਾਰ ਆ ਕੇ ਮੈਨੂੰ ਇਹ ਚਿੰਤਾ ਨਹੀਂ ਰਹੀ। ਮੇਰੇ ਬੱਚੇ ਨੂੰ ਬਾਪ ਮਿਲ ਜਾਏ, ਚੰਗੀ ਗੱਲ ਏ। ਪਤੀ ਮਿਲਣ ਦੀ ਪੂਰੀ ਆਸ ਮੈਂ ਹਿਰਦੇ ਵਿੱਚ ਰੱਖੀ ਹੀ ਨਹੀਂ। ਸੁੱਖ ਗੁੱਸੇ ਵਿੱਚ, ਇੰਜ ਨਾ ਆਖੋ ਭਰਜਾਈ ਜੀ, ਇਹ ਸੌਦਾ ਮੈਨੂੰ ਮਨਜ਼ੂਰ ਨਹੀਂ ਜੇ। ਤੁਹਾਡੇ ਪੈਰਾਂ ਦੀ ਸਹੁੰ ਖਾ ਕੇ ਆਖਣਾ, ਜੇ ਭਰਾ ਦੇ ਘਰ ਤੁਹਾਨੂੰ ਆਦਰ ਨਾਲ ਵਸਾਇਆ ਨਾ ਤਾਂ ਮੈਂ ਮਨੁੱਖ ਜਾਤੀ 'ਤੇ ਕਲੰਕ ਹੋਵਾਂਗਾ। ਆਦਰ ਸਤਿਕਾਰ ਖਰੀਦਿਆ ਨਹੀਂ ਜਾ ਸਕਦਾ ਵੀਰੇ, ਨਾ ਹੀ ਇਹ ਦਬਕਿਆਂ ਤਾਕਤਾਂ ਦੇ ਜ਼ੋਰ ਨਾਲ ਮਿਲ ਸਕਦਾ। ਨਰਾਦਰ ਕਰਨ ਵਾਲੀ ਅੱਖ ਕੱਢੀ ਜਾ ਸਕਦੀ ਏ ਭਰਜਾਈ, ਹੱਥ ਤੋੜਿਆ ਜਾ ਸਕਦਾ, ਜ਼ੁਬਾਨ ਕੱਟੀ ਜਾ ਸਕਦੀ ਏ। ਮੇਰੀ ਮਾਂ ਵਰਗੀ ਭਰਜਾਈ ਦਾ ਨਰਾਦਰ ਕੋਈ ਕਰਕੇ ਤਾਂ ਵੇਖੇ। ਮੇਰਾ ਆਦਰ ਕਿਹੜੀ ਗੱਲ ਵਿੱਚ ਏ, ਨਰਾਦਰ ਕਿਹੜੀ ਗੱਲ ਵਿੱਚ? ਤੈਨੂੰ ਕੀ ਪਤਾ? ਮੈਨੂੰ ਸਭ ਪਤਾ। ਪਰ ਤੁਸੀਂ ਆਪਣੀ ਵਕਾਲਤ ਆਪ ਨਾ ਕਰੋ ਭਰਜਾਈ ਜੀ। ਭਰਾ ਨਾਲ, ਮਰਸੀ ਨਾਲ ਮੈਨੂੰ ਗੱਲ ਕਰਨ ਦਿਓ। ਤੂੰ ਕਾਲ ਵਿੱਚ ਕੰਮ ਚੌੜ ਕਰ ਬੈਠੇਂਗਾ। ਉਹਦੀ ਸਜ਼ਾ ਮੈਨੂੰ ਮਿਲੇ, ਤੁਹਾਨੂੰ ਨਹੀਂ। ਤੈਨੂੰ ਸਜ਼ਾ ਕਿਉਂ ਮਿਲੇ ਵੀਰ? ਤੂੰ ਕੀ ਗੁਨਾਹ ਕੀਤਾ ਤੇ ਤੁਸਾਂ ਕੀ ਗੁਨਾਹ ਕੀਤਾ? ਇਹੋ ਪਤਾ ਕਰਨ ਤਾਂ ਸਮੁੰਦਰੋਂ ਪਾਰ ਆਈਆਂ। ਦੋਵੇਂ ਚੁੱਪ ਕਰ ਜਾਂਦੇ ਹਨ। ਢਿੱਲੋਂ ਆਉਂਦਾ ਹੈ।
ਤੁਸੀਂ ਇੱਥੇ ਪਹੁੰਚ ਗਏ। ਮੈਂ ਹਰਦੇਵ ਨੂੰ ਮਿਲ ਕੇ ਗਿਆ। ਤੁਹਾਡੇ ਆਉਣ ਬਾਰੇ ਸੁਣ ਕੇ ਉਹਦੇ ਸੱਤੀ ਕੱਪੜੀ ਅੱਗ ਲੱਗ ਗਈ। ਉਹ ਕਹਿੰਦਾ ਮੈਂ ਸ਼ਰਨਜੀਤ ਨੂੰ ਇਸ ਕਮਰੇ 'ਚ ਵੇਖ ਲਿਆ ਤਾਂ ਸ਼ੂਟ ਕਰ ਦਿਆਂਗਾ। ਆਉਣ ਦੇ ਸੋ ਦੇਖ ਲੈਂਗੇ ਕਿਤਨੀ ਹਿੰਮਤ ਬਾਜੂਏ ਕਾਤਲ में है। ਮੈਂ ਪਹਿਲਾਂ ਹੀ ਸ਼ੱਕ ਸੀ ਉਹ ਮੇਰੇ ਨਾਲ ਅੱਖਾਂ ਨਹੀਂ ਮੇਲ ਸਕਣਗੇ। ਉਹਨਾਂ ਦੀ ਸ਼ਰਾਫਤ ਦਾ ਝੁੰਗਲ ਮਾਟਾ ਪਾੜ 'ਚ ਜਾਣਾ ਸੀ। ਫਿਰ ਮੈਂ ਵੀ ਪਾਣੀ ਰਿੜਕੇ ਕੀ ਲੈਣਾ। ਨੀਟੂ ਬਾਰੇ ਤੁਸੀਂ ਪੁੱਛ ਲੈਣਾ, ਉਹ ਝੋਲੀ ਪਾਉਂਦੇ ਨੇ ਜਾਂ ਨਹੀਂ। ਜੀ ਤਾਂ ਮੇਰਾ ਨਹੀਂ ਕਰਦਾ ਇਹਨੂੰ ਇਸ ਤਰ੍ਹਾਂ ਦੇ ਪਿਤਾ ਦਾ ਸਾਇਆ ਮਿਲੇ, ਪਰ ਮੇਰੀ ਮਜਬੂਰੀ ਹੈ। ਜੇ ਉਹਨਾਂ ਦੀ ਅਮਾਨਤ ਏ ਅੱਜ ਵੀ ਤੇ ਕੱਲ੍ਹ ਵੀ। ਸ਼ਰਨਜੀਤ ਨੇ ਅੱਖਾਂ ਭਰ ਲਈਆਂ। ਜੇ ਮਾਂ ਗਵਾ ਕੇ ਬਾਪ ਮਿਲਿਆ ਤਾਂ ਕੀ ਮਿਲਿਆ? ਸੁੱਖ ਬੋਲਿਆ। ਸ਼ਰਨਜੀਤ, ਜਿਸ ਦੀ ਤਕਦੀਰ ਹੀ ਮਾੜੀ ਹੋਵੇ ਕੋਈ ਕੀ ਕਰੇਗਾ। ਤੁਸੀਂ ਦਿਲ ਤਗੜਾ ਰੱਖੋ, ਤਕਦੀਰ ਦੀ ਸੰਗੀ ਮਰੋੜ ਕੇ ਮੈਂ ਤਗੜੀ ਕਰ ਲਵਾਂਗਾ। 2-4 ਦਿਨ ਸੋਚ ਵਿਚਾਰ ਲੈਣਾ ਠੀਕ ਰਹੇਗਾ। ਢਿੱਲੋਂ ਬੋਲਿਆ। ਗਲਤ ਰਹੇਗਾ। ਤੱਤੇ ਤਾਂ ਜੋ ਕੰਮ ਹੋ ਜਾਏ ਠੀਕ ਹੁੰਦਾ। ਠੰਡੇ ਦੁੱਧ ਫੂਕਾ ਮਾਰ ਕੇ ਕੱਖ ਨਹੀਂ ਪੱਲੇ ਪੈਣਾ। ਢਿੱਲੋਂ, ਜੇ ਗੁੱਸੇ 'ਚ ਅੰਨੇ ਬੋਲਿਆ ਨੇ ਕੁਝ ਗਲਤ ਕਰ ਲਿਆ ਤਾਂ ਸੁੱਖ ਇਹਦਾ ਇਲਾਜ ਬੜਾ ਸੌਖਾ ਏ। ਭਰਜਾਈ ਅੰਦਰੋਂ ਮਰਸੀ ਵਾਲੇ ਕੱਪੜੇ ਪਾ ਲਵੇ ਤੇ ਇਹ ਤਸਵੀਰ ਸਾਹਮਣੇ ਰੱਖ ਕੇ ਵਾਲ ਵੀ ਇੰਝ ਹੀ ਬਣਾ ਲਵੇ, ਪਿੱਠ ਕਰਕੇ ਬੈਠੀ ਰਹੇ। ਢਿੱਲੋਂ, ਗੱਲ ਤਾਂ ਵਜਨਦਾਰ ਏ, ਇੰਝ ਕਰ ਸਕੋਗੇ ਭੈਣ ਜੀ? ਸੁੱਖ, ਪੜ੍ਹਦੇ ਸਮੇਂ ਡਰਾਮੇ ਡਰੂਮੇ ਖੇਡਦੀ ਰਹੀ ਏ ਭਾਬੀ, ਇਹਨੇ ਝੱਟ ਨਹੀਂ ਲਾਉਣਾ। ਫਿਰ ਵੇਲਾ ਕਿਹੜਾ ਵੇਖਦੇ ਹੋ ਭੈਣ ਜੀ? ਫੜੋ ਤਸਵੀਰ ਤੇ ਚਲੋ ਨਾਲ ਦੇ ਕਮਰੇ ਵਿੱਚ। ਕੁਝ ਸੋਚ ਕੇ ਸ਼ਰਨ ਚਲੇ ਜਾਂਦੀ ਹੈ। ਆਹ ਤਾਂ ਕਮਾਲ ਕਰ ਦਿੱਤੀ ਸੁੱਖ। ਸੱਚ ਨੀਟੂ ਕਿੱਥੇ ਵੇ? ਹਕੂਮਤ ਰਾਏ ਹੋਰੀ ਨਾਲ ਲੈ ਗਏ ਨੇ। ਬੜਾ ਨੇਕ ਆਦਮੀ ਰਾਏ, ਉਹ ਵੀ ਸਾਡਾ ਸਾਥ ਦੇਵੇਗਾ। ਸਾਥ ਤਾਂ ਦੇ ਰਿਹਾ ਭਲਾ ਲੋਕ। ਹੁਣ ਸੋਚੋ ਕਰਨਾ ਕੀ ਹੈ। ਢਿੱਲੋਂ, ਮਾਮਲਾ ਇਹਨਾਂ ਸਿੱਧਾ ਨਹੀਂ, ਡਰਾਮੇ ਤੋਂ ਕੰਬ ਲੈਣਾ ਚਾਹੀਦਾ। ਮੈਂ ਤਾਂ ਸਿੱਧੀ ਗੱਲ ਜਾਣਨਾ ਵੀ ਤੁਸੀਂ ਜ਼ਿੰਮੇਵਾਰੀ ਲੈ ਲਓ ਭਰਜਾਈ ਨੂੰ ਉਹਦੇ ਘਰ ਵਸਣ ਦੀ। ਫਿਰ ਮੈਂ ਨਹੀਂ ਉਚਰਦਾ। ਜੇ ਤੁਹਾਥੋਂ ਇਹ ਪੁੱਗਦਾ ਨਹੀਂ ਤਾਂ ਮੈਨੂੰ ਮੱਤਾ ਨਾ ਦਿਓ। ਮੈਂ ਪਾਂਦਾ ਪੁੱਛਣ ਨਹੀਂ ਇੱਥੇ ਆਇਆ, ਨਾ ਮੈਨੂੰ ਕੋਈ ਵਾਲਛਾ ਲਾਉਂਦਾ। ਜਿਹੜੀਆਂ 2.5 ਜਮਾਤਾਂ ਪੜ੍ਹੀਆਂ ਹੋਈਆਂ ਉਹਨਾਂ ਵਾਲੀ ਅਕਲ ਵਰਤ ਲਵਾਂਗਾ। ਇੱਥੇ ਜੋਤਰੇ ਗੋਡੀ ਦਾ ਕੰਮ ਤਾਂ ਹੈ ਨਹੀਂ ਵੀਰਾ, ਨੀਤੀ ਵਰਤਣੀ ਪਵੇਗੀ। ਸੁੱਖ, ਉਹ ਕੀ ਹੁੰਦੀ ਹੈ? ਜਿਵੇਂ ਭਰਜਾਈ ਦਾ ਭੇਸ ਬਦਲਵਾਇਆ ਈ ਇਹ ਨੀਤੀ ਹੈ। ਇਸੇ ਤਰ੍ਹਾਂ ਦੀ ਹੋਰ ਕੋਈ ਜੁਗਤ ਸੋਚੀ ਜਾਏ ਤਾਂ ਠੀਕ ਹੈ। ਮਰਸੀ ਨੂੰ ਕਿਉਂ ਨਾ ਦਬਾ ਦਬੂ ਕੇ ਮਾਰ ਕੇ ਜਰਕਾ ਲਿਆ ਜਾਵੇ। ਹੈ ਤਾਂ ਠੀਕ, ਪਰ ਸਾਨੂੰ ਉਹਦੇ ਨਾਲ ਹਮਦਰਦੀ ਹੋਣੀ ਚਾਹੀਦੀ ਹੈ, ਦੁਸ਼ਮਣੀ ਨਹੀਂ। ਉਹ ਵਿਚਾਰੀ ਦਾ ਕੀ ਕਸੂਰ ਹੈ? ਮਿਸਟਰ ਸੁਖਦੇਵ ਬਾਜਵਾ, ਹਰਦੇਵ ਦਾ ਬ੍ਰਦਰ। ਉਹ ਰੀਅਲੀ? ਹੱਥ ਮਿਲਾ ਕੇ। ਥੋੜਾ ਆਪ ਦਾ ਬ੍ਰਦਰ ਇੱਧਰ ਹੈ। ਢਿੱਲੋਂ, ਨਹੀਂ। ਮਰਸੀ ਕਿੱਧਰ ਗਿਆ? ਢਿੱਲੋਂ, ਸ਼ਾਇਦ ਮਿਸਟਰ ਰਾਏ ਨੂੰ ਪਤਾ ਹੋਵੇ, ਮੈਂ ਹੁਣੇ ਪੁੱਛ ਕੇ ਦੱਸਣਾ। ਮਰਸੀ, ਪਲੀਜ਼। ਢਿੱਲੋਂ, ਮੈਂ ਹੁਣੇ ਆਇਆ। ਆਪ ਲੋग ਇੰਗਲੈਂਡ कब आया? अजय पहुँचे ही हैं। भरा नाल मेल नहीं होया। आप लोग क्या खाएगा? खा पी के नशा हो गई है। मेम साहब, तुसी ये दसो भला, मेरे ब्रदर नाल तुसा मैरिज कीती है? तुम्हारा आइडिया ठीक, हम उसका बीवी। पर ਉਹਦੀ ਤੇ ਪਹਿਲਾਂ पंजाबन बीवी है, ਤੁਹਾਨੂੰ पता? वो बोलता तलाक हो गया। वो झूठ मारदा, तलाक कोई नहीं होया। चिंता विच, तो उस बीवी का क्या हुआ? इधर आया है। किधर? दूसरे कमरे विच। उधर क्या करता? मेकअप मरसी बनन दा, अपने हसबैंड नूं मिलन दी तैयारी। अंदर बाहर झाती मारदी है दुखी होके। आई सी। बलवंत ढिल्लों आउंदा है। हरदेव मैट्रो विच आपका वेट करता। जे बोलता ब्रदर पहले मैरिड है। ठीक है, उसका एक लड़का भी है। क्या बोला? लड़का? यस मैडम, 3 साल का लड़का। गुस्से विच, ओ गॉड, हमारा साथ कैसा शेमफुल धोखा हुआ। आप पंजाबी लोग का बरादरी जे होता, आप औरत के घर में भी ऐसा डिसीव करता और दूसरा मुल्क में जाकर भी डिसीव करता। शर्म का बात, शेम शेम। हरदेव ने सचमुच बड़ी कोझी ते शर्मनाक करतूत की है। जे सानू पहला पता हुंदा तां असीं आप लोग सब जानता, सब धोखेबाज हैं। तुम लोगों का ट्रस्ट करने वाला इडियट है। तुम लोग खेल तमाशा समझता, वैल्यूज से खेलता, सेंटिमेंट्स से खेलता, लाइफ से खेलता। तुम लोग आग से खेलता, जिधर जाता आग लगाता। हमारा लाइफ के आग लगा दिया, हम जलकर मर जाएगा, लेकिन अपना
सब लोगों को बताएगा। कोई किसी पंजाबी का इंडियन का ट्रस्ट नहीं करेगा, कभी नहीं करेगा। तो चले जाती। सुख तितर हो गई, मार लिया मोर्चा, मेरी तो शर्म नाल गर्दन चुक गई है। सुख शर्म शर्म या तो औरत का कहना हुंदा, मर्द कोल इहदा काम की है। पर अशके मरसी दे बड़ा जिगर विखाया सो, गल भुंजे नहीं सो पैन दित्ती ते रस्ता साफ कर गई है। भरजाई छेती आके मूँह मिठा करवा, हुण शरणजीत भी तूं ते मरसी भी तूं। ढिल्लों पहलां अपने भरा तो भी पुछ लै, हुण भरा तो पुछण वास्ते बाकी की रह गया जो मरसी दा इस तरह जान तो होर भी चिड़ गया। लांघे वाली खोती वांग आपे सह लवेगा। तां तूं अपने भरा नूं जानदा नहीं, तुसीं फिर मेरे भरा दे भरा नूं नहीं जानदे। भरा जी ਇਹ ਤਾਂ ਦੱਸ ਤੇਰਾ ਭਰਾ ਸ਼ਰਨਜੀਤ ਨੂੰ ਨਫ਼ਰਤ ਕਿਉਂ ਕਰਨ ਲੱਗਦਾ। ਇਹ ਸਭ ਸੱਚ ਦਾ ਕਾਰਾ ਹੈ। ਮਰਸੀ ਨੂੰ ਸੱਚ ਜਾਣ ਕੇ ਇੰਨੀ ਤਕਲੀਫ ਹੋਈ, ਇਸ ਤਰ੍ਹਾਂ ਭਰਜਾਈ ਦਾ ਸੱਚ ਬੋਲਿਆ ਭਰਾ ਨੂੰ ਹਜਮ ਨਾ ਹੋ ਸਕਿਆ। ਉਸਨੇ ਨੌਕਰੀ ਛੱਡੀ, ਜਾਇਦਾਦ ਵੇਚੀ ਤੇ ਸਮੁੰਦਰੋਂ ਪਾਰ ਆ ਗਿਆ। ਸੱਚੋਂ ਡਰਦਾ ਮਾਰਾ, ਪਰ ਸੱਚ ਨੇ ਉਹਦਾ ਪਿੱਛਾ ਨਹੀਂ ਛੱਡਿਆ। ਫਿਰ ਵੀ ਗੱਲ ਕੀ ਹੋਈ, ਭਰਾ ਦੀ ਚਾਲ ਕੁਝ ਸੌਆਂ ਵਾਲੀ ਨਾ ਵੇਖ ਕੇ ਭਰਜਾਈ ਨੇ ਉਹਨੂੰ ਸਮਝਾਉਣਾ ਚਾਹਿਆ। ਭਰਾ ਉਲਟਾ ਭਰਜਾਈ ਨੂੰ ਭੰਡਣ ਲੱਗ ਪਿਆ, ਆਖੇ ਵਿਆਹ ਤੋਂ ਪਹਿਲੇ ਇਹਦੇ ਨਾਲ ਕੋਈ ਹਾਦਸਾ ਹੋਇਆ, ਪਰ ਮੇਰੇ ਮੰਨਣ ਵਿੱਚ ਨਹੀਂ ਆਉਂਦਾ। ਭਰਜਾਈ ਤੇ ਸ਼ੱਕ ਕਰਨਾ ਇੰਜ ਲੱਗਦਾ ਜਿਵੇਂ ਮੈਂ ਆਪਣੀ ਮਾਂ ਦਾ ਪੁੱਤਰ ਹੋਣ ਤੇ ਸ਼ੱਕ ਕਰਾਂ। ਕੀ ਪਤਾ ਮਰਸੀ ਨਾਲ ਵੀ ਵਿਆਹ ਤੋਂ ਪਹਿਲਾਂ ਕਿੰਨੇ ਹਾਦਸੇ ਹੋਏ ਹੋਣ, ਪਰ ਮਰਸੀ ਸਮੁੰਦਰੋਂ ਪਾਰ ਜੰਮੀ ਪਲੀ ਏ, ਉਹਦੇ ਵਾਸਤੇ ਹਾਦਸੇ ਕੋਈ ਵਕਤ ਨਹੀਂ ਰੱਖਦੇ। ਸਮੁੰਦਰ ਤੋਂ ਪਾਰ ਵੀ ਉਹੀ ਮਨੁੱਖ ਨੇ, ਉਹੀ ਦਿਲ ਨੇ, ਉਹੀ ਦਰਦ ਨੇ। ਢਿੱਲੋਂ ਬੋਲਿਆ, ਮਨੁੱਖੀ ਰਿਸ਼ਤੇ ਤੇ ਕਦਰਾਂ ਕੀਮਤਾਂ ਸਾਰੇ ਸੰਸਾਰ ਵਿੱਚ ਇਕਸਾਰ ਹੋਣ ਤਾਂ ਕਿੰਨਾ ਚੰਗਾ ਹੋਵੇ। ਕੋਈ ਪੰਜਾਬੀ ਨਾ ਹੋਵੇ, ਅਫਰੀਕੀ ਨਾ ਹੋਵੇ, ਸਾਰੇ ਕੇਵਲ ਮਨੁੱਖ ਹੋਣ। ਮਰਸੀ ਦਾ ਦੁੱਖ ਸ਼ਰਨਜੀਤ ਦਾ ਦੁੱਖ ਹੋਵੇ ਤੇ ਸ਼ਰਨਜੀਤ ਦੀ ਖੁਸ਼ੀ ਮਰਸੀ ਦੀ। ਬਾਜਵਾ ਇੱਥੇ ਮਰਸੀ ਤਾਂ ਨਹੀਂ ਆਈ? ਸੁਖ ਅੰਦਰੇ ਹੀ ਏ। ਹਰਦੇਵ ਉਸ ਵੱਲ ਵੇਖਦਾ ਹੈ। ਸਤਿ ਸ੍ਰੀ ਅਕਾਲ। ਬਾਜਵਾ ਢਿੱਲੋਂ ਨੂੰ, ਇਹੀ ਸੀ ਤੇਰੀ ਦੋਸਤੀ? ਮੇਰੀ ਨਿੱਕੀ ਜਿਹੀ ਗੱਲ ਨੂੰ ਵੀ ਤੂੰ ਰੱਖੀ ਨਾ। ਢਿੱਲੋਂ ਮੇਰੇ ਘਰ ਪਹੁੰਚਣ ਤੋਂ ਪਹਿਲਾਂ ਹੀ ਸੁਖ ਤੇ ਸ਼ਰਨਜੀਤ ਇੱਥੇ ਆ ਗਏ ਸਨ। ਮੈਂ ਸਫਾਈ ਨਹੀਂ ਮੰਗ ਰਿਹਾ, ਤੂੰ ਮੇਰੀ ਮਦਦ ਨਹੀਂ ਕੀਤੀ, ਮੇਰੇ ਲਈ ਇਹੋ ਕਾਫੀ ਹੈ। ਤੇਰਾ ਸ਼ੁਕਰੀਆ। ਇਸ ਵੇਲੇ ਦੋਹਾਂ ਭਰਾਵਾਂ ਵਿੱਚ ਮੈਂ ਨਹੀਂ ਆਉਂਦਾ, ਫਿਰ ਗੱਲ ਕਰਾਂਗਾ। ਢਿੱਲੋਂ ਚਲਾ ਜਾਂਦਾ ਹੈ। ਸਤਿ ਸ੍ਰੀ ਅਕਾਲ ਭਰਾ ਜੀ, 7 ਸਮੁੰਦਰੋਂ ਪਾਰ ਕਰਕੇ ਤੁਹਾਨੂੰ ਮਿਲਣ ਵਾਸਤੇ ਆਇਆ। ਤੁਹਾਡਾ ਨਹੀਂ ਜੀ ਕਰਦਾ ਸਾਡੇ ਬਗੈਰ? ਉਧਰੇ ਨਹੀਂ ਤੁਸੀਂ? ਮੇਰੇ ਤਾਂ ਡੋਲੇ ਕੰਬ ਰਹੇ ਨੇ, ਹਿਰਦਾ ਫੜਕ ਰਿਹਾ ਹੈ, ਪੈਰਾਂ 'ਤੇ ਖਲੋਤਾ ਨਹੀਂ ਜਾ ਰਿਹਾ। ਤੁਹਾਨੂੰ ਕੁਝ ਨਹੀਂ ਹੋਇਆ? ਇੱਕ ਵਾਰੀ ਗਲੇ ਨਹੀਂ ਮਿਲੋਗੇ? ਇੱਕੋ ਵਾਰ। ਉਹਦੇ ਨਾਲ ਅੱਖਾਂ ਨਹੀਂ ਮਿਲਾਉਂਦਾ ਬਾਜਵਾ। ਸ਼ਰਨਜੀਤ ਕਿੱਥੇ ਵੇ? ਤੁਸੀਂ ਉਹਨੂੰ ਪੂਰੇ ਆਦਰ ਨਾਲ ਉਹਦਾ ਹੱਕ ਦੇਣ ਲਈ ਤਿਆਰ ਹੋ? ਮੈਂ ਉਹਦੀ ਸ਼ਕਲ ਨਹੀਂ ਵੇਖਣੀ, ਜੇ ਉਹ ਕਿਤੇ ਮੇਰੇ ਸਾਹਮਣੇ ਆ ਗਈ ਤਾਂ ਅਨਰਥ ਹੋ ਜਾਵੇਗਾ। ਉਸਨੇ ਅਜਿਹਾ ਗੁਨਾਹ ਤਾਂ ਕੋਈ ਨਹੀਂ ਸੀ ਕੀਤਾ ਜਿਸ ਦੀ ਸਜ਼ਾ ਭਾਰਤ ਵਿੱਚ ਦਿੱਤੀ, ਪਰ ਹੁਣ ਸਮੁੰਦਰੋਂ ਪਾਰ ਆ ਕੇ ਵੀ ਤੁਹਾਨੂੰ ਚਾਹੀਦਾ ਬੀਤੀ ਤੇ ਮਿੱਟੀ ਪਾਓ। ਸਮੁੰਦਰ ਪਾਰ ਆ ਕੇ ਦਿਲ ਤੇ ਪੱਥਰ ਨਹੀਂ ਬਣ ਜਾਂਦਾ। ਬਾਜਵਾ ਸਮੁੰਦਰੋਂ ਪਾਰ ਆ ਕੇ ਮੈਂ ਕਿੰਨਾ ਰੋਇਆ, ਕਿਸੇ ਨੂੰ ਕੀ ਪਤਾ। 7 ਸਮੁੰਦਰਾਂ ਜਿੰਨਾ ਪਾਣੀ ਮੇਰੀਆਂ ਅੱਖਾਂ ਵਿੱਚੋਂ ਚੋਇਆ। ਦੇਵਤਾ ਹੋਣ ਦਾ ਦਾਅਵਾ ਨਹੀਂ ਕਰਦਾ, ਪਰ ਮੈਂ ਆਪਣੇ ਸਾਰੇ ਗੁਨਾਹ ਸ਼ਰਨਜੀਤ ਦੀ ਝੋਲੀ ਵਿੱਚ ਰੱਖ ਕੇ ਉਸ ਤੋਂ ਮਾਫੀ ਮੰਗ ਲਈ ਸੀ, ਤੇ ਸ਼ਰਨਜੀਤ ਨੇ ਮੇਰੀ ਕਸਮ ਖਾ ਕੇ ਆਖਦਾ ਸੀ ਉਹ ਬੇਦਾਗ ਏ, ਪਵਿੱਤਰ ਏ। ਭਰਜਾਈ ਝੂਠੀ ਕਸਮ ਨਹੀਂ ਖਾ ਸਕਦੀ, ਪਰ ਜਦੋਂ ਮੈਨੂੰ ਪਤਾ ਲੱਗਾ ਉਸਨੇ ਮੇਰੇ ਅੱਗੇ ਝੂਠ ਮਾਰਿਆ, ਮੇਰਾ ਕਾਲਜਾ ਪਾਟ ਗਿਆ, ਮੇਰੇ ਲਈ ਜੀਣਾ ਮੁਸ਼ਕਿਲ ਹੋ ਗਿਆ। ਮੈਂ ਇਸ ਵਿਸ਼ਵਾਸਘਾਤ ਤੋਂ ਤ੍ਰਹਿ ਕੇ ਸਮੁੰਦਰੋਂ ਪਾਰ ਦੌੜ ਆਇਆ। ਸੁੱਖ ਕੋਰਾ ਝੂਠ। ਇੱਥੇ ਆ ਕੇ ਸ਼ਾਇਦ ਜਿੰਦਾ ਨਾ ਰਹਿੰਦਾ ਜੇ ਮਰਸੀ ਨਾ ਮਿਲਦੀ। ਮਰਸੀ ਨੇ ਮੈਨੂੰ ਜ਼ਿੰਦਗੀ ਦਿੱਤੀ ਏ, ਨੇਕੀ ਵਫਾ ਵਿੱਚ ਮੇਰਾ ਵਿਸ਼ਵਾਸ ਪਾਲ ਕੀਤਾ। ਮੈਂ ਆਪਣੀ ਜਾਨ ਦੇ ਸਕਦਾ, ਮਰਸੀ ਨਾਲ ਬੇਵਫਾਈ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਮੈਂ ਵੀ ਪੰਜਾਬ ਤੋਂ ਚੱਲਣ ਲੱਗਿਆਂ ਕਸਮ ਖਾਧੀ ਆਪਣੀ ਭਰਜਾਈ ਦੇ ਸੁਹਾਗ ਦੀ ਕਿ ਉਹਨੂੰ ਲੈ ਕੇ ਦੇਵਾਂਗਾ। ਸਮੁੰਦਰੋਂ ਪਾਰ ਦੇ ਰਿਵਾਜ ਨਾਲ ਮਰਸੀ ਦਾ ਸੁਹਾਗ ਹੋਰ ਬਣ ਸਕਦਾ, ਸ਼ਰਨਜੀਤ ਦਾ ਨਹੀਂ। ਤੇ ਹੁਣ ਸ਼ਰਨਜੀਤ ਮੇਰੀ ਭਰਜਾਈ ਛੁੱਟੜ ਵਾਪਸ ਨਹੀਂ ਜਾਵੇਗੀ। ਜੇ ਉਹ ਗਈ ਤਾਂ ਮੇਰੀ ਲਾਸ਼ ਤੋਂ ਲੰਘ ਕੇ ਜਾਵੇਗੀ। ਬਾਜਵਾ ਤੂੰ ਮੇਰਾ ਭਰਾ ਹੈ ਜਾਂ ਦੁਸ਼ਮਣ? ਸਮੁੰਦਰੋਂ ਪਾਰ ਮੇਰੀ ਜ਼ਿੰਦਗੀ ਵਿੱਚ ਜ਼ਹਿਰ ਘੋਲਣ ਆਇਆ। ਸੁੱਖ ਜਿਹੜਾ ਸੁੱਖ ਛੱਜੂ ਦੇ ਚਬਾਰੇ, ਉਹ ਸਮੁੰਦਰ ਤੋਂ ਪਾਰ ਨਹੀਂ ਹੁੰਦਾ ਭਰਾ। ਮੇਰੇ ਰਾਹਾਂ ਵਿੱਚ ਇਸ ਤਰ੍ਹਾਂ ਗਿਆਰੇ ਨਾ ਵਿਛਾ। ਸ਼ਰਨਜੀਤ ਨੂੰ ਲੈ ਕੇ ਵਾਪਸ ਚਲਾ ਜਾ ਸੁੱਖ। ਜੇ ਮੈਂ ਨਾ ਜਾਵਾਂ, ਸ਼ਰਨਜੀਤ ਨੂੰ, ਤੈਨੂੰ ਜਾਂ ਮੈਨੂੰ, ਤਿੰਨਾਂ ਵਿੱਚੋਂ ਕਿਸੇ ਇੱਕ ਨੂੰ ਮਰਨਾ ਪਵੇਗਾ। ਸੁੱਖ ਸੀਨਾ ਤਾਣ ਕੇ ਖੜਾ ਹੋ ਜਾਂਦਾ। ਮਾਰ ਗੋਲੀ, ਆਪਣੀ ਰਾਹ ਨੂੰ ਕੰਧ ਨੂੰ ਢਾਹ ਦੇ। ਰਾਏ
ਉਨ ਚਿਰ ਨੂੰ ਪਹੁੰਚ ਦਿੰਦਾ। ਨੀਟੂ ਦੇਖ ਤੇਰੇ ਡੈਡੀ। ਹਰਦੇਵ ਨੀਟੂ ਵੱਲ ਵੇਖਦਾ। ਨੀਟੂ ਜਾ ਕੇ ਸੁੱਖ ਨੂੰ ਜੱਫੀ ਪਾ ਲੈਂਦਾ। ਨੀਟੂ ਅੰਕਲ ਜੀ ਮੈਂ ਬਹੁਤ ਟੌਫੀਆਂ ਖਾਧੀਆਂ। ਡੈਡੀ ਨੂੰ ਮਿਲ ਬੇਟੇ, ਇਹ ਤੇਰੇ ਡੈਡੀ ਨੇ। ਰਾਏ ਕਮਾਲ ਦੀ ਡਬਲ ਐਕਟਿੰਗ ਹੈ ਮੇਰੇ ਦੋਸਤ। ਇੱਕ ਵਾਈਫ ਇੰਡੀਆ ਵਿੱਚ, ਇੱਕ ਸਮੁੰਦਰੋਂ ਪਾਰ। ਸੌਰੀ, ਵੈਰੀ ਸੌਰੀ। ਉੱਥੋਂ ਚਲਾ ਜਾਂਦਾ। ਹਰਦੇਵ ਤੋਂ ਨੀਟੂ ਨੂੰ ਲੈ ਕੇ ਅੰਦਰਲੇ ਦਰਵਾਜ਼ੇ ਵੱਲ ਜਾਂਦਾ ਹੋਇਆ। ਮੰਮੀ ਨੂੰ ਮਿਲੋ ਨੀਟੂ ਰਾਜੇ, ਇਹ ਤੁਹਾਡੇ ਮੰਮੀ। ਮਰਸੀ ਡਾਰਲਿੰਗ ਪਲੀਜ਼ ਮਿਸਅੰਡਰਸਟੈਂਡ ਨਾ ਕਰਨਾ, ਮੈਂ ਤੁਹਾਨੂੰ ਸਭ ਕੁਝ ਠੀਕ ਦੱਸ ਦਿਆਂਗਾ। ਡੀਅਰ ਮਰਸੀ, ਮਰਸੀ ਡੀਅਰ। ਸ਼ਰਨ ਬਸ ਕਰੋ, ਮੈਂ ਮਰਸੀ ਨਹੀਂ ਸ਼ਰਨਜੀਤ ਹਾਂ। ਮਰਸੀ ਦੇ ਭੇਸ ਵਿੱਚ? ਇਸ ਵਾਸਤੇ ਕਿ ਅੰਤੋਂ ਬਾਅਦ ਤੁਹਾਡੇ ਨਾਲ 2 ਗੱਲਾਂ ਕਰ ਲਾਵਾਂ। ਸਮੁੰਦਰੋਂ ਪਾਰ ਮੈਂ ਇਸੇ ਲਈ ਆਈ ਹਾਂ ਕਿ ਮੈਂ ਆਪਣੇ ਹੱਕ ਲਈ, ਆਪਣੇ ਇਨਸਾਫ ਲਈ, ਆਪਣੇ ਲੱਗੇ ਇਲਜ਼ਾਮ ਨੂੰ ਤੁਹਾਡੇ ਸਾਹਮਣੇ ਸਹੀ ਸਾਬਤ ਕਰ ਸਕਾਂ। ਮੇਰਾ ਤੇਰਾ ਜਦੋਂ ਵਾਸਤਾ ਹੀ ਕੋਈ ਨਹੀਂ, ਮੈਨੂੰ ਲੈਕਚਰ ਦੇਣ ਦਾ ਕੀ ਮਤਲਬ? ਮੈਂ ਸਿਰਫ ਇਹ ਪੁੱਛਣਾ ਚਾਹੁੰਦੀ ਹਾਂ, ਔਰਤ ਨੂੰ ਤੁਸੀਂ ਕੀ ਸਮਝਦੇ ਹੋ? ਸ਼ਾਦੀ ਦਾ ਕੀ ਮਤਲਬ ਹੁੰਦਾ? ਖੇ ਤੇ ਸਵਾਹ। ਫਿਰ ਮੇਰੇ ਮੱਥੇ ਤੇ ਇਸ ਖੇ ਸਵਾਹ ਕਿਉਂ ਥੱਪੀ ਤੁਸਾਂ? ਮੇਰਾ ਗੁਨਾਹ ਕੀ ਹੈ? ਮੇਰਾ ਕਸੂਰ ਇਹ ਹੋਏ ਨਾ ਕਿ ਮੇਰਾ ਚਲਣ ਸੁੱਚਾ ਤਾਂ ਪਵਿੱਤਰ ਹੈ ਤੇ ਤੁਹਾਨੂੰ ਪੁੱਠੇ ਰਾਹੋਂ ਰੋਕਣ ਦੀ ਕੋਸ਼ਿਸ਼ ਕੀਤੀ। ਆਪਣੇ ਖੋਖਲੇ ਚਾਲ ਚੱਲਣ ਨੂੰ ਮੇਰੇ ਨਾਲ ਸਾਵਾਂ ਕਰਨ ਲਈ ਤੁਸੀਂ ਮੇਰਾ ਮੂੰਹ ਵਲੂੰਦਰ ਕੇ ਝਰੀਟਾਂ ਪਾਉਣ ਦਾ ਕੋਝਾ ਯਤਨ ਕੀਤਾ। ਆਪਣੀਆਂ ਜ਼ਹਿਰੀ ਨਹੁੰਦਰਾਂ ਨਾਲ ਮੇਰਾ ਹਿਰਦਾ ਪੱਛਿਆ। ਬੰਦ ਕਰ ਇਹ ਟੱਟਰ, ਨਹੀਂ ਤੇ ਪਿਸਤੌਲ ਤਾਂ ਆਂਦਾ ਹੈ। ਸ਼ਰਨ ਤੇ ਜਦੋਂ ਲੋਕਾਂ ਨੇ ਇਸ ਜ਼ਹਿਰ ਦੀਆਂ ਕੁਰਲੀਆਂ ਤੇ ਮੇਰੇ ਮੂੰਹ ਤੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ, ਮੈਂ ਤੁਹਾਡੇ ਕੋਲੋਂ ਸਬੂਤ ਮੰਗਿਆ। ਤੁਸਾਂ ਘਰ ਛੱਡ ਦਿੱਤਾ, ਇਨਸਾਨੀਅਤ ਛੱਡ ਦਿੱਤੀ। ਸਮੁੰਦਰੋਂ ਪਾਰ ਤੁਸੀਂ ਇਸ ਵਾਸਤੇ ਨਹੀਂ ਸੀ ਦੌੜੇ ਕਿ ਮੈਂ ਕੋਈ ਬੇਵਫਾਈ ਕੀਤੀ ਹੈ, ਸਗੋਂ ਇਸ ਵਾਸਤੇ ਦੌੜੇ ਕਿ ਆਪਣੇ ਗੁਨਾਹਾਂ ਤੇ ਪਰਦੇ ਪਾ ਸਕਾਂ। ਜੇ ਮੈਂ ਗੁਨਾਹਗਾਰ ਸਾਂ ਤਾਂ ਅੱਜ ਮੈਂ ਆਪਣੇ ਭਰਾ ਦੇ ਸਾਹਮਣੇ ਦੱਸੋ ਮੈਂ ਕੀ ਗੁਨਾਹ ਕੀਤਾ ਸੀ, ਸਬੂਤ ਦਿਓ ਮੇਰੇ ਗੁਨਾਹ ਦਾ। ਬਾਜਵਾ ਜਾਨ ਲੋੜੀਂਦੀ ਹੈ ਤਾਂ ਹੋਰ ਇੱਕ ਲਫ਼ਜ਼ ਨਾ ਬੋਲੀ, ਨਿਕਲ ਜਾ ਇੱਥੋਂ। ਮੈਂ ਬੇਇੱਜ਼ਤ ਹੋਣ ਵਾਸਤੇ ਨਹੀਂ ਏਡੀ ਦੂਰ ਆਈ। ਬੇਇੱਜ਼ਤੀ ਦਾ ਦਾਗ ਮੈਂ ਮੱਥੇ ਤੋਂ ਧੋਣ ਆਈ ਹਾਂ। ਮੌਤ ਜਾਂ ਇੱਜ਼ਤ ਕੁਝ ਵੀ ਮਨਜ਼ੂਰ ਹੈ ਤਾਂ ਮੌਤ ਮਿਲੇਗੀ। ਮੇਰੀ ਮੌਤ ਤੋਂ ਪਹਿਲਾਂ ਮੇਰੀ ਭਰਜਾਈ ਨਹੀਂ ਮਰੇਗੀ। ਸੁੱਖ ਬੋਲਿਆ। ਹਟ ਜਾ, ਅੱਖੋਂ ਪਰਾਂ ਹੋ ਜਾ। ਭਰਜਾਈ ਦੇ ਗੁਨਾਹ ਦਾ ਸਬੂਤ ਦਿਓ। ਸ਼ਰਨ ਪਸ਼ੂਆਂ ਨੂੰ ਵੀ ਆਪਣੇ ਬੱਚਿਆਂ ਨਾਲ ਪਿਆਰ ਹੁੰਦਾ ਹੈ। ਬਾਜਵਾ ਹਟ ਜਾ ਸੁੱਖ, ਮੈਂ ਸ਼ੂਟ ਕਰ ਦਿਆਂਗਾ। ਹਟ ਜਾ। ਦੋਵੇਂ ਝਟਦੇ ਹਨ। ਪਿਸਤੌਲ ਚੱਲ ਜਾਂਦਾ ਹੈ। ਗੋਲੀ ਸੁਖਦੇਵ ਦੇ ਮੱਥੇ ਵਿੱਚ ਲੱਗਦੀ ਹੈ ਤੇ ਉਹ ਡਿੱਗ ਪੈਂਦਾ ਹੈ। ਨੀਟੂ ਰੋਂਦਾ ਆਉਂਦਾ ਹੈ। ਸ਼ਰਨਜੀਤ ਅਤਿਅੰਤ ਘਬਰਾ ਕੇ ਦੁੱਖ ਵਿੱਚ ਸੁੱਖ ਦੀ ਲੋਥ ਨੂੰ ਲਿਪਟ ਕੇ ਰੋਣ ਲੱਗਦੀ ਹੈ ਤੇ ਹਰਦੇਵ ਧਾਹਾਂ ਮਾਰ ਕੇ ਸੁੱਖ ਦੀ ਲੋਥ ਨੂੰ ਲਿਪਟ ਜਾਂਦਾ ਹੈ। ਪਿਆਰੇ ਬੱਚਿਓ, ਅਸੀਂ ਇਹ ਇਕਾਂਗੀ ਪੜ੍ਹੀ। ਇਸ ਦੇ ਵਿੱਚੋਂ ਹੀ ਤੁਹਾਨੂੰ ਵਾਰਤਾਲਾਪ ਆਵੇਗੀ, ਜਿਸ ਤਰ੍ਹਾਂ ਇੱਥੇ ਆਇਆ ਕਿ ਉਹਨੂੰ ਮੈਂ 7 ਸਮੁੰਦਰੋਂ ਪਾਰ ਧਰਮ ਕਰਮ ਦੀ ਚੱਕੀ ਵਿੱਚ ਇਸਤਰੀ ਦਾ ਦਲੀਆ ਕਰਨ ਵਾਲੇ ਸਮਾਜ ਦੀ ਸ਼ਰਨ ਵਿੱਚ ਛੱਡ ਕੇ ਸੁਰਖਰੂ ਹੋ ਗਿਆ। ਇੰਗਲੈਂਡ ਦੀਆਂ ਆਜ਼ਾਦ ਫਿਜ਼ਾਵਾਂ ਨੇ ਮੈਨੂੰ ਮਰਸੀ ਬਖਸ਼ੀ ਹੋਈ ਹੈ। ਹੁਣ ਸ਼ਰਨਜੀਤ ਦਾ ਪਰਛਾਵਾਂ ਮੇਰੇ ਤੇ ਸੁਪਨੇ ਵਿੱਚ ਵੀ ਨਹੀਂ ਪੈ ਸਕੇਗਾ। ਇਸ ਦੇ ਵਿੱਚੋਂ ਪ੍ਰਸ਼ਨ ਆ ਸਕਦੇ ਆ ਕਿ ਹਰਦੇਵ ਬਾਜਵਾ ਸ਼ਰਨਜੀਤ ਨੂੰ ਕਿਹੋ ਜਿਹੇ ਸਮਾਜ ਵਿੱਚ ਛੱਡ ਕੇ ਗਿਆ ਸੀ। ਇਹਦੇ ਜਿਹੜਾ ਪਹਿਰਾ ਦਿੱਤਾ, ਵਾਰਤਾਲਾਪ ਦਿੱਤੀ, ਇਹਦੇ ਵਿੱਚੋਂ ਤੁਸੀਂ ਦੱਸਣਾ ਕਿ ਧਰਮ ਕਰਮ ਦਾ ਜਿਹੜਾ ਸਮਾਜ ਸੀ ਭਾਰਤ ਦਾ, ਉਸ ਵਿੱਚ ਛੱਡ ਕੇ ਚਲਾ ਗਿਆ। ਇਹਨਾਂ ਸਤਰਾਂ ਅਨੁਸਾਰ ਮਰਸੀ ਕੌਣ ਸੀ? ਮਰਸੀ ਉਸ ਦੀ ਦੂਸਰੀ ਪਤਨੀ ਸੀ, ਜਿਹੜੀ ਕਿ ਇੰਗਲੈਂਡ ਵਿੱਚੋਂ ਉਸ ਦੇ ਨਾਲ ਉਸਨੇ ਵਿਆਹ ਕਰਾਇਆ ਸੀ। ਹਰਦੇਵ ਬਾਜਵਾ ਸ਼ਰਨਜੀਤ ਬਾਰੇ ਕੀ ਸੋਚਦਾ ਹੈ? ਹਰਦੇਵ ਬਾਜਵਾ ਉਸ ਦੇ ਬਾਰੇ ਚੰਗਾ ਖਿਆਲ ਨਹੀਂ ਰੱਖਦਾ, ਉਸ ਨੂੰ ਉੱਤੇ ਸ਼ੱਕ ਕਰਦਾ, ਉਸ ਦੇ ਮਨ ਵਿੱਚ ਸ਼ੱਕ ਕਰ ਜਾਂਦਾ ਹੈ ਤੇ ਇਸੇ ਕਰਕੇ ਉਹ ਆਪਣਾ ਦੇਸ਼ ਛੱਡ ਕੇ ਦੂਜੇ ਦੇਸ਼ ਵਿੱਚ ਆ ਜਾਂਦਾ। ਪਿਆਰੇ ਬੱਚਿਓ, ਤੁਹਾਡੇ ਨਾਲ ਕਾਂਗੀ ਸਮੁੰਦਰੋਂ ਪਾਰ ਸਾਂਝੀ ਕੀਤੀ। ਇਸ ਕਾਂਗੀ ਦੇ ਵਿੱਚ ਕਾਂਗੀਕਾਰ ਨੇ ਉਹ ਗੱਲ ਦੱਸੀ ਆ ਔਰਤ ਦੀ ਕਿ ਕਿਵੇਂ ਇੱਕ ਔਰਤ ਜਿਹੜੀ ਆ ਜ਼ੁਲਮ ਦਾ ਸਾਹਮਣਾ ਕਰਦੀ ਆ ਤੇ ਫਿਰ ਇਸ ਜ਼ੁਲਮ ਨੂੰ ਟਾਕਰਾ ਕਰਨ ਦੇ ਵਾਸਤੇ ਉਹ ਬਾਹਰਲੇ ਦੇਸ਼ ਤੱਕ ਆਪਣੇ ਪਤੀ ਕੋਲ ਪਹੁੰਚਦੀ ਆ। ਭਾਵੇਂ ਕਿ ਇਸ ਯੁੱਧ ਦੇ ਵਿੱਚ ਉਸ ਨੂੰ ਆਪਣੇ ਦੇਵਰ ਦੀ ਜਾਨ ਵੀ ਗਵਾਉਣੀ ਪੈਂਦੀ ਆ, ਪਰ ਉਹ ਆਪਣਾ ਹੱਕ ਲੈਣ ਉੱਥੇ ਪਹੁੰਚਦੀ ਹੈ। ਇਸੇ ਗੱਲ ਦਾ ਸੰਦੇਸ਼ ਇਕਾਂਗੀਕਾਰ ਨੇ ਦੇਣ ਦੀ ਕੋਸ਼ਿਸ਼ ਕੀਤੀ ਆ ਕਿ ਔਰਤ ਜ਼ੁਲਮ ਦਾ ਸਾਹਮਣਾ ਕਰ ਸਕਦੀ ਹੈ। ਤੇ ਮੈਂ ਆਸ ਕਰਦੀ ਹਾਂ ਕਿ ਤੁਹਾਨੂੰ ਇਹ ਕਾਂਗੀ ਚੰਗੀ ਤਰ੍ਹਾਂ ਸਮਝ ਲੱਗੀ ਹੋਵੇਗੀ। ਇਸ ਦੀ ਵਾਰਤਾਲਾਪ ਕਿੰਨੇ ਕਿਹਨੂੰ ਕਿਸ ਸਮੇਂ ਗੱਲ ਕੀਤੀ, ਇਸ ਦੀ ਵੀ ਤੁਹਾਨੂੰ ਸਮਝ ਲੱਗੀ ਹੋਵੇਗੀ। ਧੰਨਵਾਦ।